ਜਬਰ ਤਖਤ ਛਤਰ ਦੇ ਮਾਲਕ ਗੁਰਗੱਦੀ ਤੇ ਬਿਰਾਜਮਾਨ ਸ਼ਰਦ ਗੁਰੂ ਅਵਤਾਰ ਬਾਣੀ ਬੋਇਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਜੁਰੀ ਅੰਦਰ ਸਾਹਿਬ ਬੈਠੇ ਗੁਰੂ ਖਾਲਸਾ ਸਤਿਸੰਗ ਜੀਓ। ਆਓ ਜੋ ਆਪਾਂ ਚਿਰਾਂ ਤੋਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਦੇ ਪਾਵਨ ਜੀਵਨ ਦੀਆਂ ਕਥਾ ਕਹਾਣੀਆਂ ਵਿਚਾਰਾਂ ਕਰਦੇ ਸੁਣਦੇ ਆ ਰਹੇ ਹਾਂ। ਅੱਜ ਵੀ ਉਸੇ ਲੜੀ ਦਾ ਇੱਕ ਹਿੱਸਾ ਬਣ ਕੇ ਆਪਾਂ ਸਤਿਗੁਰਾਂ ਦੇ ਪਾਵਨ ਜੀਵਨ ਵਿੱਚੋਂ ਕੁਝ ਰੱਬੀ ਗੁਣਾਂ ਨੂੰ ਗ੍ਰਹਿਣ ਕਰਨ ਦਾ ਯਤਨ ਕਰੀਏ ਤਾਂ ਕਿ ਸਾਡਾ ਆਇਆ ਸੰਸਾਰ ਤੇ ਸਫਲ ਹੋ ਜਾਵੇ। ਜਿਸ ਯਾਤਰਾ ਵਾਸਤੇ ਅਸੀਂ ਆਏ ਹਾਂ ਉਹ ਯਾਤਰਾ ਸਾਡੀ ਸਫਲ ਸੰਪੂਰਨ ਹੋ ਜਾਵੇ, ਉਹ ਮੰਜ਼ਿਲ ਸਾਨੂੰ ਪ੍ਰਾਪਤ ਹੋ ਜਾਵੇ। ਇਸ ਵਾਸਤੇ ਆਓ ਆਪਾਂ ਸਤਿਗੁਰਾਂ ਤੋਂ ਕੁਝ ਰੱਬੇ ਗੁਣ ਕਰਨ ਦਾ ਯਤਨ ਕਰੀਏ ਤਾਂ ਕਿ ਨਿੰਦੇ ਦੁੱਖਾਂ ਕਲੇਸ਼ਾਂ ਰੋਗਾਂ ਸੋਗਾਂ ਕਾਲਿਆਂ ਸਾਰਿਆਂ ਤੋਂ ਆਪਾਂ ਬਚ ਜਾਈਏ, ਵਿਗੜਾਂ ਚਿੰਤਾ ਤੋਂ ਬਚ ਜਾਈਏ, ਜਮਾਂ ਦੀ ਮਾਰ ਤੋਂ ਬਚ ਜਾਈਏ। ਅੱਜ ਉਹ ਸੁਣਦੇ ਦੇਖਦੇ ਆ ਰਹੇ ਆਪਾਂ 84 ਲੱਖ ਗੰਦੀਆਂ ਮੰਦੀਆਂ ਟੇਢੀਆਂ ਮੇਢੀਆਂ ਜੋਗੀਆਂ, ਇਹਨਾਂ ਤੋਂ ਬਚਾ ਜਾਏ ਤੇ ਪਾਤਸ਼ਾਹ ਸਾਨੂੰ ਕੋਈ ਨਾ ਕੋਈ ਨਵਾਂ ਕਾਰਨ ਨਵਾਂ ਢੰਗ ਤਰੀਕਾ ਦੱਸ ਕੇ ਤੇ ਸਾਡਾ ਏਦਾਂ ਗੱਲ ਕਿ ਭਲਾ ਕਰਨਾ ਚਾਹੁੰਦੇ, ਸਾਨੂੰ ਮੁਕਤ ਕਰਾਉਣਾ ਚਾਹੁੰਦੇ ਇਹਨਾਂ ਸਾਰੀਆਂ ਚੀਜ਼ਾਂ ਨੂੰ। ਮੁਕਤ ਤਾਂ ਹੀ ਹੋ ਸਕਦੇ ਪਿਆਰੇ ਜੀ ਗੁਰੂ ਦੀ ਗੱਲ ਮੰਨਾਂਗੇ ਤਾਂ। ਸਿੱਧੀ ਜੀ ਗੱਲ, ਆਪਣੇ ਆਪ ਨਾ ਕਿਸੇ ਨੇ ਕੁਝ ਅੱਜ ਪਾਇਆ, ਅੱਜ ਤੱਕ ਨਾ ਕਿਸੇ ਨੇ ਕੁਝ ਪਾਇਆ ਤੇ ਨਾ ਆਪਣੇ ਆਪ ਕੋਈ ਪਾ ਸਕਦਾ। ਇਹ ਤਾਂ ਗੁਰੂ ਦੀ ਰਹਿਮਤ ਹੋਵੇ ਤਾਂ ਕਰਕੇ ਗੱਲ ਬਣਨੀ। ਆਪਾਂ ਚਿਰਾਂ ਤੋਂ ਵਿਚਾਰਦਾ ਰਹੇ ਹਾਂ ਕਿ ਜਿੰਨਾ ਚਿਰ ਲੱਗੀ ਹੋਈ ਜਨਮਾਂ ਜਨਮਾਂਤਰਾਂ ਦੀ ਸਾਡੇ ਕੀਤੇ ਪਾਪ ਕਰਮਾਂ ਦੀ ਮੈਲ ਨਹੀਂ ਧੁੱਪਦੀ ਤੇ ਅਸੀਂ ਪਿਆਰਿਓ ਕਿੰਨੇ ਸੰਸਾਰ ਵਿੱਚ ਅਮੀਰ ਹੋ ਜਾਈਏ। ਇੱਥੋਂ ਤੱਕ ਪਾਤਸ਼ਾਹ ਨੇ ਸਾਨੂੰ ਇਹ ਗੱਲ ਕਹਿ ਦਿੱਤੀ, ਕਹਿੰਦੇ ਇਨਸਾਨ ਤੈਨੂੰ ਜੋ ਬੁੱਧੀ ਬਖਸ਼ਿਸ਼ ਹੋਈ ਹੈ ਨਾ ਇਨਸਾਨੀਅਤ ਦਾਤੇ ਦੇ ਤੌਰ ਤੇ, ਤੂੰ ਉਹਦੇ ਦੁਆਰਾ 9 ਖੰਡ ਪ੍ਰਿਥਵੀ ਦਾ ਰਾਜ ਕਰ ਸਕਦਾ ਹੈ। 9 ਖੰਡ ਪ੍ਰਿਥਵੀ ਦਾ ਭਾਵ ਪੂਰੀ ਪ੍ਰਿਥਵੀ ਦਾ ਤੂੰ ਰਾਜ ਕਰ ਸਕਦਾ ਹੈ। ਇੱਕ ਗੱਲ ਯਾਦ ਨਹੀਂ ਜਾਣਦਾ ਹੀ, ਤੂੰ ਆਪਣੇ ਤੇਰੇ ਸਰੀਰ ਦੀ ਜੋ 9 ਖੰਡ ਪ੍ਰਿਥਵੀ ਆ ਉੱਤੇ ਰਾਜ ਨਹੀਂ ਤੂੰ ਕਰ ਸਕਦਾ। ਕਿਉਂ? ਉਹਦੇ ਪਿੱਛੇ ਬਹੁਤ ਵੱਡਾ ਲੋਭ ਹੈ। ਲੋਭ ਦੇ ਕਾਰਨ 9 ਖੰਡ ਪ੍ਰਿਥਵੀ ਜਿੱਤ ਲਈ। ਏਡੀ ਵੱਡੀ ਮੱਲ ਮਾਰਨ ਵਾਲਿਆ ਤੇ ਉਹ ਆ ਛੋਟੀ ਜਿਹੀ ਦੇਹੀ 9 ਖੰਡਾਂ ਦੀ ਜਿਹੜੀ ਹੈ, ਇਹਦੇ ਵਿੱਚ ਇੱਕ ਮਨ ਰਹਿੰਦਾ ਹੈ, ਉਹ ਨਹੀਂ ਤੂੰ ਜਿੱਤ ਸਕਿਆ। बड़े बड़े दुनिया के सूरमे पैगंबर ऋषि मुनि आए, जबे तबे तपस्या आए, बड़े बड़े सूरमे संसार ते आए। उनने संसार ते भावें फतेह कर ली, सारा संसार भावें जित लिया, सच जानियो अपने मन के अगे हार के गए। मन दे के अगे गए
ਤੇ ਪਾਤਸ਼ਾਹ ਕਹਿੰਦੇ ਮਨ ਜੀਤੇ ਜਗ ਜੀਤ। ਕਹਿੰਦੇ ਤੂੰ ਜਗ ਤੇ ਜੀਤ ਲਿਆ, ਜਗ ਜਿੱਤ ਲਿਆ ਤੂੰ, ਪਰ ਆਪਣੇ ਮਨ ਨੂੰ ਨਹੀਂ ਜਿੱਤ ਸਕਿਆ ਤੂੰ। ਜਿੱਦਣ ਆਪਣੇ ਮਨ ਤੇ ਕਾਬੂ ਪਾ ਲੇਗਾ, ਜਿਹੜੀ ਸਾਡੇ ਕੋਲ ਚੀਜ਼ ਹੋਊਗੀ ਨਾ, ਉਹਨੂੰ ਅਸੀਂ ਸਾਫ਼ ਕਰ ਸਕਦੇ ਹਾਂ। ਜਿਹੜੀ ਸਾਡੇ ਕੋਲ ਸਾਦੀ ਜੀ ਗੱਲ, ਜਿਹੜੀ ਸਾਡੇ ਕੋਲ ਚੀਜ਼ ਹੋਊਗੀ, ਅਸੀਂ ਉਹਨੂੰ ਸਾਫ਼ ਕਰ ਸਕਦੇ ਨਾ। ਜਿਹੜੀ ਚੀਜ਼ ਕੋਈ ਗੁਪਤ ਪਈ ਹੈ, ਸਾਡੀ ਅੱਖਾਂ ਤੋਂ ਪਰੇ ਪਈ ਹੈ, ਜਿਹਨੂੰ ਸਾਡੀਆਂ ਅੱਖਾਂ ਦੇਖਦੀਆਂ ਨਹੀਂ, ਉਹਨੂੰ ਕਿਵੇਂ ਸਾਫ਼ ਕਰਾਂਗੇ? ਉਹਨੂੰ ਕਿਵੇਂ ਸਾਫ਼ ਕਰਾਂਗੇ? ਤੇ ਪਾਤਸ਼ਾਹ ਕਹਿੰਦੇ ਇਸ ਦੇਹ ਮੈਂ ਨੌ ਨਿਤ ਨਾਮ। ਇਹ ਇਨਸਾਨ ਆਜ ਜਿਹੜੀ ਤੇਰੀ ਦੇਹੀ ਹੈ ਨਾ, ਸਰੀਰ ਹੈ ਨੌਵਾਂ ਖੰਡਾਂ ਦਾ, ਯਾਦ ਰੱਖਣ ਵਾਲੀ ਦਾ 9 ਖੰਡ ਪ੍ਰਿਥਵੀ ਹੈ। ਉਸ 9 ਖੰਡ ਪ੍ਰਿਥਵੀ ਦੇ ਆਧਾਰ ਤੇ ਹੀ ਪਾਤਸ਼ਾਹ ਨੇ 9 ਖੰਡ ਪ੍ਰਿਥਵੀ ਸਾਡੇ ਸਰੀਰ ਦੀ ਬਣਾਈ। ਤੇ ਭਗਤ ਪੀਪਾ ਨੂੰ ਇਹ ਗੱਲ ਕਹਿਣੀ ਪਈ, ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੇ ਸੋ ਪਾਵੇ। ਕਹਿੰਦੇ ਜੋ ਤੁਸੀਂ ਬਾਹਰ ਦੀ 9 ਖੰਡ ਪ੍ਰਿਥਵੀ ਦੇ ਵਿੱਚ ਵੇਖਦੇ ਜੀ ਨਾ, ਤੁਹਾਡੇ ਸਰੀਰ ਦੀ ਵੀ ਜਿਹੜੀ ਦੇਹੀ ਆ, ਇਹ ਵੀ 9 ਖੰਡ ਦੀ ਹੈ ਪਿਆਰ, ਇਹ ਵੀ 9 ਖੰਡ ਦੀ ਹੈ। ਪਰ ਇੱਕ ਗੱਲ ਯਾਦ ਰੱਖਿਓ, ਸੰਸਾਰ ਦੀ ਜਿਹੜੀ ਧਰਤੀ ਹੈ ਨਾ, ਉਹ 9 ਖੰਡ ਦੀ ਹੈ। ਸਾਨੂੰ ਇੱਕ ਚੀਜ਼ ਸੰਸਾਰ ਤੋਂ ਵੱਖਰੀ ਦਿੱਤੀ, ਸਾਨੂੰ ਇੱਕ ਚੀਜ਼ ਸੰਸਾਰ ਤੋਂ ਵੱਖਰੀ ਦਿੱਤੀ, ਜਿਹੜਾ ਸਾਨੂੰ 10ਵਾਂ ਖੰਡ ਵੀ ਦੇ ਦਿੱਤਾ। ਹੁਣ 9ਵਾਂ ਖੰਡਾਂ ਰਾਹੀਂ ਤੇ ਉਸ ਮਾਲਕ ਨੂੰ ਮਿਲਿਆ ਨਹੀਂ ਜਾ ਸਕਦਾ, ਦੁੱਖਾਂ ਤਕਲੀਫਾਂ ਤੋਂ ਬੰਦਾ ਬਚ ਨਹੀਂ ਸਕਦਾ। 9ਵਾਂ ਖੰਡਾਂ ਦੁਆਰਾ ਬੰਦਾ ਕਦੇ ਵੀ ਬਚ ਨਹੀਂ ਸਕਦਾ ਪਾਪ ਕਰਮ ਕਰਨ ਤੋਂ, ਤੇ ਪਾਪਾਂ ਦੀ ਸਜ਼ਾ ਭੋਗਣ ਤੋਂ ਕਦੇ ਬਚ ਨਹੀਂ ਸਕਦਾ। ਬਚੂਗਾ ਜੇ 10ਵੇਂ ਖੰਡ ਵਿੱਚ ਜਾਊਗਾ ਤਾਂ ਉਹਦਾ ਦਿਲ ਨਹੀਂ ਜਾਂਦਾ, ਤੇ 10ਵੇਂ ਖੰਡ ਵਿੱਚ ਉਹਨਾਂ ਚਿਰ ਨਹੀਂ ਜਾ ਸਕਦਾ ਜਿੰਨਾ ਚਿਰ ਅਜੇ ਪਾਪਾਂ ਦੀ ਮੈਲ ਨਾਲ ਮਨ ਭਰਿਆ ਪਿਆ। ਉੱਥੇ ਪਹੁੰਚਣ ਵਾਸਤੇ ਸਾਨੂੰ ਕਿਰਪਾ ਕਰੂਗਾ ਸਾਡੇ ਤੇ ਪਾਤਸ਼ਾਹ ਗੁਰੂ, ਉਹ ਸਾਨੂੰ 9 खंड देही में नाम खंड और 9 निधियां दा खजाना इस देही विच असीं बाहरों भुखे मरदे फिरदे हां, असीं बाहरों भुखे मरदे फिरदे हां, असीं बाहरों रोगी हां, दुखी हां, पर अंदर जिहड़ा है ਉਹਦੇ 9 ਨਿਧ ਦਾ ਖਜ਼ਾਨਾ ਪਿਆ। ਸੰਸਾਰ ਦੇ ਵਿੱਚ ਸਭਨ ਜੀਵ ਨੂੰ ਉਹਦਾ ਬਣਿਆ ਜਾਂਦਾ ਪਿਆਰੋ ਜਿਹਦੇ ਕੋਲ 9 ਨਿਧਾਂ ਦਾ ਖਜ਼ਾਨਾ ਆ ਜੇ। ਇਹ 9 ਨਿਧਾਂ ਸਾਡੇ ਜੀਵਨ ਦੀਆਂ ਵਰਤਣ ਵਾਲੀਆਂ ਚੀਜ਼ਾਂ ਸਾਰੀਆਂ, ਕੱਲਾ ਮਾਇਆ ਨਹੀਂ ਵੀ ਮਾਇਆ ਇੱਕ ਨਾਲ ਸਾਡਾ ਜੀਵਨ ਦਾ ਆਸਰਾ ਹੈ। ਸੰਪੂਰਨ ਜੀਵਨ ਜਿਹੜਾ ਹੈ 9 ਨਿਧੀਆਂ ਦੇ ਵਿੱਚ ਆਉਂਦਾ ਹੈ। 9 ਨਿਧੀਆਂ, 9 ਹੀ ਖੰਡ ਸਾਡੇ ਸਰੀਰ ਦੇ, 9 ਨਿਧੀਆਂ ਯਾਦ ਰੱਖਣ ਵਾਲੀ ਗੱਲ ਹੈ। ਉਹ ਸਮਝਾਊਗਾ ਉਹਦੇ ਬਾਰੇ ਸਾਨੂੰ ਗੁਰੂ ਕਿ ਤੇਰੇ ਅੰਦਰ ਏਡਾ ਵੱਡਾ ਖਜ਼ਾਨਾ 9 ਨਿਧ ਪਿਆ ਹੈ, ਉਹਨੂੰ ਤੇ ਕਦੇ ਦੇਖ। ਤੇਰੇ ਅੰਦਰ ਨਾਮ ਦਾ ਖਜ਼ਾਨਾ ਪਿਆ ਹੈ, ਉਹਨੂੰ ਕਦੇ ਪ੍ਰਗਟ ਕਰਕੇ ਦੇਖ। ਉਹ ਇਨਸਾਨ ਆਪਣੇ ਆਪ ਨਹੀਂ ਪ੍ਰਗਟ ਕਰ ਸਕਦਾ ਪਿਆਰਿਓ, ਤਾਂ ਗੁਰੂ ਕਿਰਪਾ ਕਰੇ, ਗੁਰੂ ਸ਼ਬਦ ਸਾਨੂੰ ਸੁਣਾਵੇ, ਗੁਰੂ ਦੇ ਸ਼ਬਦ ਰਾਹੀਂ ਸਾਡਾ ਉਧਾਰ ਹੋ ਸਕਦਾ ਹੈ।
ਉਹ ਉਧਾਰ ਵੀ ਤਾਂ ਹੋਊਗਾ, ਸ਼ਬਦ ਸਾਨੂੰ ਗੁਰੂ ਰੋਜ਼ ਸੁਣਾਉਂਦਾ ਹੈ। ਗੁਰੂ ਸਾਨੂੰ ਸ਼ਬਦ ਰੋਜ਼ ਸੁਣਾਉਂਦਾ ਹੈ, ਪਰ ਸਾਡੇ ਤੇ ਕਿੰਨਾ ਕੁ ਅਸਰ ਹੋਇਆ ਉਸ ਸ਼ਬਦ ਦਾ, ਇਹ ਆਪਾਂ ਸਾਰੇ ਜਾਣਦੇ ਹਾਂ। ਦਰਅਸਲ ਅਸੀਂ ਪੱਥਰਾਂ ਦੀ ਜੂਨੀ ਵਿੱਚੋਂ ਨਿਕਲ ਕੇ ਆਏ ਹਾਂ। ਪੱਥਰ ਤੇ ਕਿੰਨਾ ਪਾਣੀ ਪਾਈ ਜਾਓ, ਪੱਥਰ ਸੁੱਕੇ ਦਾ ਸੁੱਕਾ ਰਹੂਗਾ। ਇੱਕ ਪੱਥਰ ਦੀ ਕੀ ਗੱਲ ਕਰਦੇ, ਵੀ ਪਾਣੀ ਪਾਉਣ ਦੀ ਗੱਲ ਕੀ ਆਪਾਂ ਕਰਦੇ ਨੂੰ, ਪੱਥਰ ਨੂੰ ਪਾਣੀ ਵਿੱਚ ਅਸੀਂ 50 ਸਾਲ ਸੁੱਟ ਛੱਡੀਏ ਤਾਂ ਵੀ ਪੱਥਰ ਤੋਂ ਬਾਹਰ ਕੱਢੋਗੇ, ਪੱਥਰ ਉਸੇ ਟਾਈਮ ਸੁੱਕੇ ਦਾ ਸੁੱਕਾ। ਰੂਹ ਨੂੰ ਤੁਸੀਂ ਇੱਕ ਛਿਣ ਵਾਸਤੇ ਪਾਣੀ ਵਿੱਚੋਂ ਕੱਢ ਪਾ ਕੇ ਕੱਢ ਲਓ ਬਾਹਰ, ਇੰਨੇ ਦੇ ਨਾਲ ਹੀ ਪਾਣੀ ਜਿੰਨਾ ਉਹ ਪੀ ਸਕਦਾ ਰੂਹ ਉਹਨਾਂ ਪਾਣੀ ਪੀ ਲੂਗਾ। ਜਿੰਨੀ ਉਹਦੀ ਮਤਲਬ ਪਾਵਰ ਆ ਵੀ ਮੈਂ ਇੰਨਾ ਪਾਣੀ ਪੀ ਸਕਦਾ, ਉਹਨਾਂ ਪਾਣੀ ਉਸੇ ਟਾਈਮ ਪਾਣੀ ਦੇ ਵਿੱਚ ਪਾਉਂਦਿਆਂ ਸਾਰੀ ਕੱਢਦਿਆਂ ਸਾਰੀ ਉਹ ਸਾਰਾ ਕੁਛ ਸੋਖ ਲਊਗਾ। ਇਸ ਵਾਸਤੇ ਪਾਤਸ਼ਾਹ ਕਹਿੰਦੇ ਸੁਣੇ ਦਾ ਫਾਇਦਾ ਤਾਂ ਹੈ ਜੇ ਉਹਨੂੰ ਮੰਨ ਲਵੇ ਬੰਦਾ। ਤਾਂ ਰੂਹ ਨੇ ਮੰਨ ਲਿਆ, ਉਹਨੇ ਸਭ ਕੁਝ ਗ੍ਰਹਿਣ ਕਰ ਲਿਆ ਨਾਲ ਦੇ ਨਾਲ, ਪਰ ਇਹ ਪੱਥਰ ਦਿਲ ਵਾਲਾ ਇਨਸਾਨ ਨੇ ਗ੍ਰਹਿਣ ਨਹੀਂ ਕੀਤਾ ਇਹਦਾ, ਕਿ ਕੱਲਾ ਮਾਇਆ ਦੀ ਦੌੜ ਦੇ ਪਿੱਛੇ ਲੱਗਾ, ਕੱਲਾ ਮਾਇਆ ਦੀ ਦੌੜ ਦੇ ਪਿੱਛੇ। ਮਾਇਆ ਮਾੜੀ ਨਹੀਂ ਪਿਆਰਿਓ, ਮਾਇਆ ਜੀਵਨ ਦਾ ਇੱਕ ਅਹਿਮ ਅੰਗ ਹੈ। ਮਾਇਆ ਬਗੈਰ ਸੰਸਾਰ ਵਿੱਚ ਸਰਦਾ ਨਹੀਂ, ਪਰ ਜਿਹੜਾ ਮਾਇਆ ਦਾ ਲੋਭ ਹੈ ਉਹ ਡੋਬਦਾ ਹੈ। ਕੱਲਾ ਪੱਥਰ, ਕੱਲਾ ਲੋਹਾ ਜਿਹੜਾ ਪਾਣੀ ਵਿੱਚ ਡੁੱਬਦਾ ਹੈ, ਲੱਕੜੀ ਦੇ ਨਾਲ ਉਹ ਹੀ ਲੋਹਾ ਜਿਹੜਾ ਤਰਦਾ ਹੈ। ਕਾਰਨ ਆਪਾਂ ਸਮਝ ਲਿਆ ਹੋਣਾ। ਜਿਹੜਾ ਗੁਰੂ ਦੇ ਸ਼ਬਦ ਨੂੰ ਸੁਣੂਗਾ, ਤੇ ਪਾਤਸ਼ਾਹ ਨੇ ਤਾਂ ਹੀ ਸਾਨੂੰ ਜਪਜੀ ਸਾਹਿਬ ਵਿੱਚ ਉਪਦੇਸ਼ ਦਿੱਤਾ, ਸੁਣ ਦੁਖ ਪਾਪ ਕਾ ਨਾਸ਼। ਮਨ ਸਾਡਾ ਗ੍ਰਹਿਣ ਤਾਂ ਕਰੂਗਾ ਜੇ ਉਹਦੇ ਵਿੱਚ ਪਹਿਲਾ ਪਾਪ ਅਪਰਾਧ ਵਿਸ਼ੇ ਵਿਕਾਰ ਨਾ ਭਰੇ ਹੋਣਗੇ। ਜੇ ਪਹਿਲਾਂ ਹੀ ਉਹ ਭਰੀਏ ਮਤ ਪਾਪਾਂ ਕੇ ਸੰਗ, ਜੇ ਪਹਿਲਾਂ ਹੀ ਭਰਿਆ ਪਿਆ ਪਾਪਾਂ ਦਾ ਘੜਾ, ਉਹਦੇ ਵਿੱਚ ਹੋਰ ਕੀ ਪਾਵਾਂਗੇ, ਉਹਦੇ ਵਿੱਚ ਹੋਰ ਦੇ ਕੁਝ ਪੈਣਾ। ਉਹ ਪਾਪਾਂ ਦਾ ਘੜਾ ਖਾਲੀ ਹੋਊਗਾ ਤਾਂ ਹੀ ਜਾ ਕੇ ਉਹਦੇ ਵਿੱਚ ਕੁਝ ਹੋਰ ਚੀਜ਼ ਪਾਉਗੀ, ਉਹਨਾਂ ਚਿਰ ਨਹੀਂ ਪੈ ਸਕਦੀ। ਇਸ ਵਾਸਤੇ ਪਾਤਸ਼ਾਹ ਨੇ ਸਾਨੂੰ ਸਮਝਾਇਆ, ਸੁਣਿਆ ਮੰਨਿਆ ਮਨ ਕੀਤਾ ਭਾਉ। ਕਹਿੰਦੇ ਇਹ ਇਨਸਾਨ, ਜੇ ਤੂੰ ਗੁਰੂ ਦਾ ਸ਼ਬਦ ਸੁਣੇਗਾ, ਸੁਣ ਕੇ ਮੰਨੇਗਾ, ਤੇਰੇ ਅੰਦਰ ਪਿਆਰ ਹੋਊਗਾ, ਤੇ ਤਾਂ ਤੂੰ ਨਾਮ ਰੂਪੀ ਇਸ਼ਨਾਨ ਕਰ ਸਕਦਾ ਹੈ ਤੀਰਥ ਵਿੱਚ। ਤਾਂ ਜਾ ਕੇ ਤੇਰੀ ਜਨਮਾਂ ਦੇ ਨਿਰੰਤਰ ਦੀ ਲੱਗੀ ਹੋਈ ਜਿਹੜੀ ਮੈਲ ਆ ਉਹ ਜਾ ਕੇ ਧੁੱਪਣੀ। ਜੇ ਤੂੰ ਏਦਾਂ ਹੀ ਕਵੇਂ ਨਾ, ਗੱਲਾਂ ਬਾਤਾਂ ਨਾ ਏਦਾਂ ਨਹੀਂ। ਮੇਰੇ ਵਰਗਾ ਭਾਵੇਂ ਗੁਰੂ ਦੇ ਕੋਲ 24 ਘੰਟੇ ਰਹਿੰਦਾ, ਚਲੋ ਸੰਗਤ ਦੂਰੋਂ ਚੱਲ ਕੇ ਆਉਣਾ ਹੈ, ਉਹ ਤਾਂ ਕਦੇ ਕਦਾਏ ਆਊਗੀ, ਉਹ ਤਾਂ ਕਦੇ ਕਦਾਏ ਹੀ ਆਊਗੀ, ਪਰ ਮੇਰੇ ਵਰਗਾ ਤੇ 24 ਘੰਟੇ ਰਹਿੰਦਾ ਨਾ ਗੁਰੂ ਦੇ ਕੋਲ। ਮੈਂ ਕਿੰਨਾ ਕੁ ਬਦਲਿਆ, ਮੈਂ ਪਹਿਲਾਂ ਆਪਣੇ ਵੱਲ ਦੇਖਣਾ। ਜਿਹੜੀਆਂ ਗੱਲਾਂ ਮੈਂ ਤੁਹਾਡੇ ਨਾਲ ਕਰ ਰਿਹਾ, ਚਲੋ ਤੁਸਾਂ ਤੇ ਪਤਾ ਨਹੀਂ ਮੰਨੀਆਂ ਕਿ ਨਹੀਂ ਮੰਨੀਆਂ, ਮੰਨਣੀਆਂ ਕਿ ਨਹੀਂ ਮੰਨਣੀਆਂ ਗੁਰੂ ਦੀ ਗੱਲ, ਮੈਂ ਕਿੰਨੀ ਕੁ ਮੰਨ ਲਈ। ਕਿ ਮੈਂ ਆਪਣੇ ਪਾਪਾਂ ਦੀ ਮੈਲ ਧੋ ਲਈ? ਪਾਤਸ਼ਾਹ ਕਹਿੰਦੇ ਤੂੰ ਵੀ ਇਨਸਾਨ ਇਹਨਾਂ ਦੇ ਵਿੱਚ ਹੀ ਸ਼ਾਮਲ ਹੈ। ਕੀ ਹੋਇਆ ਤੂੰ ਮੇਰੇ ਕੋਲ ਨਹੀਂ ਰਹਿੰਦਾ? ਤੇ ਪਾਤਸ਼ਾਹ ਨੇ ਸਾਨੂੰ ਸਾਰਿਆਂ ਨੂੰ ਸਮਝਾਉਣ ਵਾਸਤੇ ਵੀ ਗੱਲ ਕਹਿ ਦਿੱਤੀ। ਉਹ ਕਹਿੰਦੇ
जाके हृदय प्रतीत नहीं, जिद हृदय अंदर प्रतीत नहीं, भरोसा नहीं, यकीन नहीं, श्रद्धा नहीं, भावें 100 गेड़ा आवे जावे। पर दिन च 100 गेड़ा मारने, मैं अपने गल की, वो तो 100 गेड़ा मार जूगा मान लो दिन में, पल्ले ਉਹਦੇ ਕੱਖ नहीं पिया, पल्ले मेरे ਕੱਖ नहीं पिया, मैं 24 घंटे रहने वाला। क्यों? पातशाह ने सुनिया मन्निया, जे मन्नांगे तां पैरों गल बननी, उदा नहीं गल बननी। उदा दे जिहो जे आए ਉਹ ਜੇ अगे, बल्कि साडा कुछ विगड़िया है, साडा कुछ सौरिया नहीं, असी मंजिल तो दूर होए हैं, अपनी मंजिल तो दूर होए हैं, मंजिल के लागे नहीं पहुंचे। आप गल कर रहे थे पहला भी हर रागी ढाडी कथावाचक ज्ञानी ध्यानी जिन्ने भी हैं, वो कहते रब नूं साडा विछोड़ा पै गया। फिर रब नूं साडा विछोड़ा नहीं पिया, ਅਸੀਂ ਤੇ ਰੱਬ ਦੇ ਨਾਲ 24 ਘੰਟੇ, ਰੱਬ ਸਾਡੇ ਨਾਲ 24 ਘੰਟੇ ਆ, ਤੇ ਵਿਛੋੜੇ ਤੋਂ ਭਾਵ ਆ ਭੁੱਲ ਜਾਣਾ ਕਿ ਅਸੀਂ ਉਹਨੂੰ ਭੁੱਲੇ ਹੋਏ ਆ, ਉਹ ਦੂਰ ਨਹੀਂ ਸਾਡੇ ਤੋਂ, ਵਿਛੋੜਾ ਨਹੀਂ, ਉਹ ਸਾਡੇ ਕੋਲ ਹੀ ਆ। ਕੋਈ ਦੱਸ ਸਕਦਾ ਵੀ ਉਹ ਕਿੱਥੇ ਨਹੀਂ ਹੈ, ਕਿੱਥੇ ਨਹੀਂ, ਉਹ ਕਿਹਦੇ ਕੋਲ ਨਹੀਂ, ਉਹ ਸੂਖਸ਼ਮ ਜੀਵਾਂ ਤੋਂ ਲੈ ਕੇ स्थूल बड़े तो बड़े स्थूल जीवन के कोल हर टाइम 24 घंटे श्वास श्वास कोल है, सिर्फ याद विच नहीं, सिर्फ याद विच नहीं, उन्होंने असीं विछोड़ा कहने, उन्होंने असीं विछोड़ा कहने। जिस दिन उनकी याद वस गई, गुरु बरसों गुरु की कृपा ना पैरो, ये बार बार समझने वाली गल है, वसूगी याद गुरु दे राही, क्योंकि गुरु सानू भुलिया नूं समझाउंदा है। भुलिया नूं किवें समझाओ? कहंदे मन तू जोत स्वरूप है, अपना मूल पछाण, जिहड़ी चीज़ ना पछाणो पछाणी जावे। आपां कहदे मैं भुल गया, मतलब पछाणिया नहीं। ਉਹਨੂੰ ਜਾਣਦਾ ਬੰਦਾ ਚਿਰਾਂ ਤੋਂ ਮਿਲਿਆ, ਕਹਿੰਦਾ ਮੈਂ ਤੈਨੂੰ ਪਛਾਣਿਆ ਨਹੀਂ, ਮੈਂ ਤੈਨੂੰ ਜਾਣਿਆ ਨਹੀਂ। ਜਾਣਦਾ ਸੀ ਪਰ ਪੁਰਾਣਾ ਜਾਣਦਾ ਸੀ, ਉਹ ਜਾਣ ਪਛਾਣ ਭੁੱਲ ਗਈ। ਉਹ ਭੁੱਲੇ ਹੋਣ ਦੇ ਕਾਰਨ ਪਿਆਰੋ ਦੁਖੀਆਂ ਸੀ। ਹੈ ਸਭ ਕੁਝ ਸਾਡੇ ਕੋਲ, ਨੌ ਨਿਤ ਨਾਮ ਸਾਡੇ ਕੋਲ ਹੈ, 9 ਨਿਧੀਆਂ ਦਾ ਖਜ਼ਾਨਾ ਸਾਡੇ ਅੰਦਰ ਹੈ, ਪਰ ਹੁਣ ਪ੍ਰਗਟਿਆ ਉਹ ਗੁਰੂ ਦੇ ਰਾਹੀਂ, ਗੁਰੂ ਤੋਂ ਬਗੈਰ ਨਹੀਂ। ਧਰਤੀ ਵਿੱਚ ਪਾਣੀ ਹੈ, ਜਾਣਦੇ ਆਪਾਂ ਸਭ, ਵੀ ਆ ਬੋਰ ਲੱਗੇ ਹੋਏ, ਨਲਕੇ ਲੱਗੇ ਹੋਏ, ਧਰਤੀ ਵਿੱਚ ਪਾਣੀ ਤਾਂ ਹੀ ਆ ਰਹੇ ਨੇ। नलका से डालिए, सारा फिट हो जाए नलका, तुसी लक मुक्की मारते रहो, पानी कदे निकलो नहीं। जिन्ना चिर बाहरों पानी ना पावांगे उन्ना चिर पानी कदे आ नहीं सकता नलके विच। याद रखने वाली गल, नाम नित नाम साडे अंदर है, पर जिन्ना चिर गुरु साडे ते कृपा नहीं करता प्यारो, बाहरों नाम नहीं दिंदा, बाहरों शब्द नहीं दिंदा, वो सुन के असीं हिरदे विच नहीं वसाउंदे। ते याद रखने वाली गल है, कदे असीं अमृत रूपी नाम नूं प्रगट नहीं कर सकते। जिदा तुम सियाणे विच नलका लाता, सारा कुछ फिट कर दिता, पर पानी साढ़े वर्गा गिरना के नलका कदे नहीं आऊगा। वही मिस्त्री किसी को कह दे बिल विच पानी पा, जां असीं पानी पाईए तां जाके पानी हो, बस इन्नी गल वाधू। इन्ना उदाहरण साढ़े जीवन वास्ते बहुत बड़ा उदाहरण है।
ਤੇ ਪਾਤਸ਼ਾਹ ਕਿਰਪਾ ਕਰੇ ਸਾਡੇ ਤੇ, ਸਾਨੂੰ ਕਿਤੇ ਸੁਣ ਕੇ ਤੇ ਮਰਨਾ ਆ ਜਾਵੇ, ਸੁਣ ਕੇ ਮਰਨਾ ਆ ਜਾਵੇ। ਜਿੰਨਾ ਚਿਰ ਅਸੀਂ ਮੰਨਦੇ ਨਹੀਂ ਉਹਨਾਂ ਚਿਰ ਸਾਡੇ, ਜਿਸ ਚੀਜ਼ ਦਾ ਸਾਡਾ ਮਨ ਹੀ ਨਹੀਂ ਮੰਨਿਆ, ਜਿਸ ਚੀਜ਼ ਦਾ ਸਾਡਾ ਮਨ ਨਹੀਂ ਮੰਨਿਆ, ਉਹਦਾ ਪਿਆਰ ਕਿੱਥੋਂ ਪਾਊਗਾ? ਨਾਮ ਨਾਲ ਸਾਡਾ ਮਨ ਨਹੀਂ ਮੰਨਿਆ, ਕਿੱਥੋਂ ਪਿਆਰ ਪਊ ਨਾਮ ਨਾਲ? ਕਿਸੇ ਬੰਦੇ ਨਾਲ ਮਨ ਸਾਡਾ ਨਹੀਂ ਮੰਨਦਾ, ਅਸੀਂ ਉਹ ਕਦੋਂ ਜਾਣ ਨੂੰ ਤਿਆਰ ਹਾਂ? ਅਸੀਂ ਕਹਿੰਦੇ ਮੇਰੇ ਤਾਂ ਮਨ ਨਹੀਂ ਮੰਨਦਾ, ਮੈਂ ਉੱਥੇ ਜਾਵਾਂ। ਮਨ ਮੰਨੋ ਤੇ ਤਾਂ ਹੀ ਗੱਲ ਹੈ ਨਾ, ਤਾਂ ਹੀ ਪਿਆਰ ਪੈਦਾ ਹੋਊਗਾ। ਜੇ ਮੇਰਾ ਦੂਜੇ ਬੰਦੇ ਨਾਲ ਮਨ ਨਹੀਂ ਮੰਨਿਆ ਤੇ ਮਿੱਤਰਤਾ ਕਿੱਥੇ? ਕਹਿਣ ਨਾਲ ਗੁਰੂ ਚੇਲੇ ਦਾ ਸੰਬੰਧ ਨਹੀਂ ਜੋੜਦਾ, ਇਹ ਸੰਬੰਧ ਜੁੜਦਾ ਹੈ ਪ੍ਰਯੋਗ ਕਰਨ ਦੇ ਨਾਲ। ਕਰਾਂਗੇ ਕੀ? ਸੁਣ ਕੇ ਮੰਨਾਂਗੇ ਤਾਂ ਕਰਦਾ ਨਾ, ਸੁਣ ਕੇ ਮੰਨਣਾ, ਫਿਰ ਤਾਂ ਜਾ ਕੇ ਪਿਆਰ ਪੈਦਾ ਹੋ, ਤਾਂ ਜਾ ਕੇ ਆਪਣੀ ਮੰਜ਼ਿਲ ਤੇ ਪਹੁੰਚਾਂਗੇ, ਤਾਂ ਹੀ ਦੁੱਖਾਂ ਸੁੱਖਾਂ ਤੋਂ ਬਚਾਂਗੇ। ਉਹਨਾਂ ਚਿਰ ਨਹੀਂ ਬਚ ਸਕਦੇ। ਤੇ ਪਾਤਸ਼ਾਹ ਕਿਰਪਾ ਕਰੇ, ਅਸੀਂ ਉਸ ਮਾਲਕ ਨੂੰ ਭੁੱਲ ਚੁੱਕੇ ਹਾਂ। ਉਹ ਭੁੱਲਿਆ ਸਾਨੂੰ ਯਾਦ ਗੁਰੂ ਦਿਵਾਉਂਦਾ ਹੈ। ਉਹ ਕਹਿੰਦਾ ਮਨ ਤੂੰ ਜੋ ਸਰੂਪ ਹੈ, ਤੂੰ ਭੁੱਲਿਆ ਹੋਇਆ ਮਨਾ, ਤੂੰ ਤੇ ਰੱਬ ਦਾ ਰੂਪ ਆ, ਤੂੰ ਤੇ ਰੱਬ ਦੀ ਅੰਸ਼ ਹੈ, ਰੱਬ ਦਾ ਪੁੱਤਰ ਹੈ, ਤੂੰ ਭਟਕਿਆ ਫਿਰਦਾ, ਤੂੰ ਦੁਖੀ ਹੈ। ਇੱਕ ਬਹੁਤ ਵੱਡਾ ਬਾਪ ਅਮੀਰ ਹੋਵੇ, ਉਹਦਾ ਪੁੱਤਰ ਦੁਖੀ ਹੋਵੇ, ਮੰਗਦਾ ਖਾਂਦਾ ਹੋਵੇ, ਲੋਕਾਂ ਦੇ ਹੱਥ ਬਣਾਉਂਦਾ ਫਿਰਦਾ ਹੋਵੇ, ਫਿਰ ਉਹਦੇ ਵਿੱਚ ਬਾਪ ਦੀ ਵੀ ਨਿਰਾਦਰੀ ਹੈ, ਉਹਦੀ ਤਾਂ ਹੋਣੀ ਹੋਣੀ, ਉਹਦੇ ਬਾਪ ਦੀ ਵੀ ਨਿਰਾਦਰੀ। ਜੇ ਸੱਚ ਜਾਣੋ ਤਾਂ ਅਸੀਂ ਉਸ ਆਪਣੇ ਅਕਾਲ ਪੁਰਖ ਬਾਪ ਦੀ ਨਿਰਾਦਰੀ ਕਰ ਰਹੇ ਹਾਂ। ਜਿੰਨਾ ਦੁਖੀ ਕਿਉਂ ਇਹ ਕਰ ਰਹੇ ਹਾਂ? ਉਹਦਾ ਕਾਰਨ ਹੀ ਅਸੀਂ ਦੁਖੀ ਹੋ ਰਹੇ, ਕਿਉਂਕਿ ਉਹਦੇ ਨਾਲ ਉਹਨੂੰ ਭੁੱਲ ਗਏ, ਉਹਦੇ ਨਾਲ ਪਿਆਰ ਨਹੀਂ ਪਾ ਸਕਦੇ ਸੀ। ਤੇ ਸਮਾਂ ਹੋ ਗਿਆ ਵਿਚਾਰ ਇੱਥੇ ਸਮਾਪਤ ਕਰ ਦਿੰਦੇ ਆਪਾਂ। ਜਿੰਨੇ ਵੀ ਪਾਤਸ਼ਾਹ ਨੇ ਆਪਣੇ ਤੇ ਕਿਰਪਾ ਕੀਤੀ, ਆਪਾਂ ਵਿਚਾਰ ਨਾਲ ਜੁੜੇ ਹਾਂ। ਹੋਈਆਂ ਭੁੱਲਾਂ ਦੀ ਖਿਮਾ ਬਖਸ਼ ਕਰਦੇ। ਕੱਲ੍ਹ ਨੂੰ ਜੋ ਪਾਤਸ਼ਾਹ ਆਪਣੇ ਤੇ ਕਿਰਪਾ ਕਰਨਗੇ, ਉਹ ਜੀ ਆਪਾਂ ਕੱਲ੍ਹ ਨੂੰ ਵਿਚਾਰ ਕਰ ਦੇਵਾਂਗੇ। ਆਓ ਪਿੰਡ ਦੇ ਭਲੇ ਵਾਸਤੇ, ਪਿੰਡ ਦੀ ਸੁਖ ਸ਼ਾਂਤੀ ਵਾਸਤੇ ਸਤਿਗੁਰਾਂ ਦੇ ਚਰਨਾਂ ਵਿੱਚ ਆਪਾਂ ਅਰਦਾਸ ਬੇਨਤੀ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ